ਸਤਨਾਮ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਰਹਿਮਤਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਗੁਰੂ ਪਿਤਾ ਦੇ ਚਰਨਾਂ ਦੇ ਨਾਲ ਸਾਜੀ ਅਤੇ ਨਿਵਾਜੀ ਹੋਈ ਸਾਹਿਬਾਂ ਦਾ ਸੁੰਦਰ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ, ਦੀਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਜੁੜਨਾ ਕੀਤਾ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਸਿਧਾਂਤ ਹੈ ਉਹ ਗੁਰੂ ਸ਼ਬਦ ਦਾ ਹੈ। ਮਹਾਰਾਜ ਨੇ ਕਿਤੇ ਵੀ ਸਰੀਰ ਨੂੰ ਪ੍ਰਧਾਨਤਾ ਨਹੀਂ ਦਿੱਤੀ, ਹਮੇਸ਼ਾ ਸ਼ਬਦ ਦੇ ਸਿਧਾਂਤ ਨੂੰ ਪਹਿਲ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਨੂੰ ਕਦੀ ਜੋਗੀ ਸਵਾਲ ਕਰਦੇ ਹੈ ਕਿ ਧੰਨ ਗੁਰੂ ਨਾਨਕ ਸਾਹਿਬ, ਤੇਰੀ ਵਿਚਾਰ ਧਾਰਾ ਬੜੀ ਅਮੁੱਲੀ ਹੈ, ਤੇਰਾ ਉਪਦੇਸ਼ ਬੜਾ ਅਮੁੱਲਾ ਹੈ, ਪਰ ਸਾਨੂੰ ਇਹ ਦੱਸ ਕਿ ਐਸਾ ਕੌਣ ਗੁਰੂ ਉਸਤਾਦ ਹੈ ਤੇਰਾ ਜਿਹਦੇ ਕੋਲੋਂ ਇੰਨੇ ਚੰਗੇ ਗੁਣ, ਇੰਨੀ ਚੰਗੀ ਵਿਚਾਰਧਾਰਾ ਨੂੰ ਸਿੱਖਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਂਦੇ ਐ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹਜ਼ੂਰ ਆਂਦੇ ਨੇ ਮੇਰਾ ਗੁਰੂ ਸ਼ਬਦ ਹੈ, ਉਹ ਸ਼ਬਦ ਜਿਸ ਸ਼ਬਦ ਦੇ ਵਿੱਚੋਂ ਰੱਬੀ ਗਿਆਨ ਮਿਲਦਾ ਹੈ। ਇਹ ਯਾਦ ਰਹੇ ਕਿ ਅੰਮ੍ਰਿਤਮਈ ਬਾਣੀ ਦੇ ਜਿਤਨੇ ਸ਼ਬਦ ਹੈ, ਜਿੰਨੀ ਵਿਚਾਰਧਾਰਾ, ਜਿਹਨੂੰ ਅਸੀਂ ਗਾਉਨੇ ਆ, ਪੜ੍ਹਦੇ ਆ, ਵਿਚਾਰਦੇ ਆ, ਸਿਜਦਾ ਕਰਦੇ ਆ, ਪਿਆਰ ਵਾਲਿਓ, ਅੰਮ੍ਰਿਤਮਈ ਬਾਣੀ ਦਾ ਇਹ ਸ਼ਬਦ ਕਿਸੇ ਵੀ ਬਾਣੀਕਾਰ ਨੇ ਇਹ ਦਾਅਵਾ ਨਹੀਂ ਕੀਤਾ ਵੀ ਇਹ ਸ਼ਬਦ ਕਿਤੇ ਮੇਰੀ ਆਪਣੀ
ਸੁਰਤੀ ਦੇ ਵਿੱਚੋਂ ਪੈਦਾ ਹੋਇਆ। ਇਹ ਸ਼ਬਦ ਕਿਤੇ ਮੇਰਾ ਆਪਣਾ ਗਿਆਨ ਹੈ, ਇਹ ਕਿਸੇ ਫਿਲਾਸਫਰ ਦੀ ਕਹਾਣੀ ਨਹੀਂ, ਕਿਸੇ ਹੋਰ ਬੰਦੇ ਦਾ ਬੋਲ ਨਹੀਂ। ਦੁਨੀਆ ਦੇ ਲੋਕ ਕੀ ਆਂਦੇ ਆ, ਤੇ ਧੰਨ ਬਾਬਾ ਕਬੀਰ ਮਹਾਰਾਜ ਕਹਿੰਦੇ ਨੇ, ਲੋਗ ਜਾਣੈ ਇਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਦੁਨੀਆ ਦੇ ਲੋਕ ਕਹਿੰਦੇ ਨੇ ਇਹ ਗੀਤ ਵਾਂਗ, ਕਵਿਤਾਵਾਂ ਵਾਂਗ ਗਾਉਂਦਾ ਹੈ, ਪੜ੍ਹਦਾ ਹੈ, ਪਰ ਇਹ ਨਹੀਂ ਲੋਕ ਜਾਣਦੇ ਵੀ ਇਹ ਬ੍ਰਹਮ ਦੀ ਵਿਚਾਰ ਹੈ, ਅਕਾਲ ਪੁਰਖ ਦੇ ਘਰ ਦਾ ਸੱਚਾ ਸੁੱਚਾ ਸੁਨੇਹਾ ਹੈ। ਲੋਗ ਜਾਣੈ ਇਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ, ਜਿਉ ਕਾਂਛੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ ਕਹੇ ਕਬੀਰ, ਸੰਸਾ ਨਹੀਂ ਅੰਤ ਪਰਮਗਤ ਪਾਏ। ਕਿੱਡੀ ਵੱਡੀ ਇਹ ਉਦਾਹਰਨ ਹੈ ਕਿ ਇਹ ਅੰਮ੍ਰਿਤਮਈ ਬਾਣੀ ਇੱਕ ਮਜ਼ਹਬ, ਧਰਮ, ਗੋਤ ਜਾਂ ਇੱਕ ਕੌਮ ਵਾਸਤੇ ਨਹੀਂ। ਇਹਨੂੰ ਕੋਈ ਵੀ ਗਾਵੇ, ਕੋਈ ਵੀ ਸੁਣੇ, ਇਹ ਲਿਖਤੀ ਜ਼ਮਾਨਤ ਹੈ ਬਾਣੀਕਾਰਾਂ ਦੀ ਕਿ ਉਹਨਾਂ ਦਾ ਬੇੜਾ ਜ਼ਿੰਦਗੀ ਦਾ ਭਵ ਸਾਗਰ ਜਿਹੜਾ, ਉਹਦੇ ਤੋਂ ਇਹ ਬੇੜਾ ਪਾਰ ਜ਼ਰੂਰ ਲੱਗੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਤੇ ਮਹਾਰਾਜ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਅੰਮ੍ਰਿਤਮਈ ਬਾਣੀ ਮੇਰਾ ਆਪਣਾ ਗਿਆਨ ਨਹੀਂ ਹੈ, ਇਹ ਪਰਮਾਤਮਾ ਦੇ ਘਰ ਦਾ ਸ਼ੁੱਧ ਗਿਆਨ ਹੈ, ਜਿਹਨੂੰ ਸ਼ਬਦਾਂ ਦੇ ਰੂਪ ਚ ਪ੍ਰਗਟ ਗੁਰੂ ਨਾਨਕ ਸਾਹਿਬ ਕਰ ਰਹੇ ਆ। ਕਿਤੇ ਹਜ਼ੂਰ ਕਹਿੰਦੇ ਨੇ, ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ, ਸਭ ਹੁਕਮਾਓ ਜੀਓ, ਜਿਵੇਂ ਪਰਮੇਸ਼ਰ ਦਾ ਹੁਕਮ ਹੈ। ਇਹ ਬਾਣੀ ਉਹਨਾਂ ਹਿਰਦਿਆਂ ਵਿੱਚੋਂ ਅਵਤਰਨ ਹੋਈ। ਉਹ ਭਾਵੇਂ ਜੁੱਤੀਆਂ ਸੀਣ ਦੀ ਕਿਰਤ ਕਰਦੇ ਨੇ ਸਤਿਕਾਰਯੋਗ ਭਗਤ ਬਾਬਾ ਰਵਿਦਾਸ ਮਹਾਰਾਜ, ਭਾਵੇਂ ਪੈਲੀ ਵਾਹੁਣ ਵਾਲੇ, ਸਾਦੀ ਜਿਹੀ ਜ਼ਿੰਦਗੀ ਜਿਉਣ ਵਾਲੇ ਸਤਿਕਾਰਯੋਗ ਭਗਤ ਧੰਨਾ ਜੀ, ਤਿਨਾਂ ਦੇ ਹਿਰਦੇ ਚੋਂ ਬਾਣੀ ਅਵਤਰਨ ਹੁੰਦੀ ਹੈ। ਭਾਵੇਂ ਕੋਈ ਕੱਪੜੇ ਉਣਨ ਦਾ ਕੰਮ ਕਰਦਾ ਸਤਿਕਾਰਯੋਗ ਭਗਤ ਨਾਮਦੇਵ ਮਹਾਰਾਜ। ਗੱਲ ਇਹ ਵੇ, ਪਰਮਾਤਮਾ ਦੇ ਘਰ ਦੀ ਜਿਹੜੀ ਕਹਾਣੀ ਹੈ, ਮਹਾਰਾਜ ਕਹਿੰਦੇ ਨੇ, ਸੰਸਾਰੀ ਜ਼ਮੀਨ ਜਾਇਦਾਦ ਦੀ ਜਿਹੜੀ ਵਾਰਸ ਦੀ ਗੱਲ ਚੱਲੇਗੀ, ਸੰਸਾਰੀ ਜ਼ਮੀਨ ਜਾਇਦਾਦ ਦਾ ਵਾਰਸ ਪਿਓ ਦਾ ਅੱਗੇ ਪੁੱਤ ਹੋਏਗਾ, ਪਰ ਧਰਮ ਦੀ ਦੁਨੀਆ 'ਚ ਐਸਾ ਨਹੀਂ ਹੈ। ਇੱਥੇ ਆਪਨ ਬਾਪੈ ਨਹੀਂ ਕਿਸੇ ਕੋ, ਧਰਮ ਦੀ ਦੁਨੀਆ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ। ਭਾਵਨ ਕੋ ਹਰ ਰਾਜਾ, ਜਿਹੜਾ ਭਾ ਗਿਆ ਉਹ ਉਹਦੇ ਦਰ ਤੇ ਕਬੂਲ ਚੜ ਜਾਏਗਾ। ਭਾਵੇਂ ਕਸਾਈ ਦਾ ਕੰਮ ਕਰਨ ਵਾਲੇ ਬਾਬਾ ਸਦਨਾ ਜੀ ਮਹਾਰਾਜ ਹੋਣ, ਭਾਵੇਂ ਬੜੀ ਛੋਟੀ ਉਮਰ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਹੋਣ, ਤੇ ਭਾਵੇਂ ਬੁੱਢੀ ਉਮਰੇ ਧੰਨ ਗੁਰੂ ਅਮਰਦਾਸ ਸਾਹਿਬ ਹੋਣ। ਵਿਚਾਰ ਚੱਲ ਰਹੀ ਹੈ ਸ਼ਬਦ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਘਰ ਦਾ ਸ਼ੁੱਧ ਗਿਆਨ ਗੁਰੂਆਂ ਭਗਤਾਂ ਗੁਰਸਿੱਖਾਂ ਦੇ ਹਿਰਦਿਆਂ ਵਿੱਚੋਂ, ਭੱਟ ਸਾਹਿਬਾਨਾਂ ਦੇ ਹਿਰਦਿਆਂ ਵਿੱਚੋਂ ਪ੍ਰਗਟ ਹੋ ਕੇ ਦੁਨੀਆ ਤੇ ਆਇਆ। ਪਰ ਅੱਜ ਦਾ ਮੂਲ ਪੱਖ ਇਹ ਰੱਖਣ ਲੱਗਾ ਆ, ਕੀ ਲੋੜ ਪਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ। ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀਵਨ ਕਾਲ ਵਿੱਚ ਆਪਾਂ ਉਹਨਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਤੁਸੀਂ ਬੜੀ ਵਾਰੀ ਇਹ ਸਾਖੀਆਂ ਸੁਣੀਆਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਜਣ ਠੱਗ ਨੂੰ ਤਾਰਦੇ ਆ, ਭੂਮੀਏ ਚੋਰ ਨੂੰ ਮਿਲਦੇ ਆ, ਬੜੇ ਬੜੇ ਹੋਰ ਐਸੇ ਲੋਕ ਆਏ ਜਿਹੜੇ ਇਖਲਾਕ ਤੋਂ ਵੀ ਡਿੱਗੇ ਹੋਏ ਸਨ। ਪਰ ਕਦੀ ਇਹ ਨਹੀਂ ਸੁਣਿਆ ਤੁਸਾਂ ਨੇ ਵੀ ਗੁਰੂ ਨਾਨਕ ਸਾਹਿਬ ਨੇ ਗੱਲਾਂ ਬਾਤਾਂ ਕਰਕੇ ਸਮਝਾਇਆ ਹੋਵੇ ਵੀ ਤੂੰ ਆਹ ਕੰਮ ਛੱਡ ਕੇ ਚੰਗਾ ਕੰਮ ਕਰਿਆ ਕਰ। ਜਿਹਨੂੰ ਵੀ ਸਮਝਾਇਆ, ਹਮੇਸ਼ਾ ਇਤਿਹਾਸ ਦਾ ਇਹ ਬੋਲ ਜਿਉਂਦਾ ਰਹੇਗਾ ਕਿ ਮਰਦਾਨਿਆਂ ਰਬਾਬ ਸ਼ੇਰ, ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਭਾਈ ਮਰਦਾਨੇ ਨੂੰ ਆਖਿਆ ਕਿ ਰਬਾਬ ਸ਼ੇਰ, ਅੰਮ੍ਰਿਤਮਈ ਬਾਣੀ ਦਾ ਸ਼ਬਦ ਗਾਇਨ ਕਰਕੇ ਮਹਾਰਾਜ ਸੱਜਣ ਠੱਗ ਨੂੰ ਸਮਝਾਉਂਦੇ ਆ, ਵਲੀ ਕੰਧਾਰੀ ਨੂੰ ਸਮਝਾਉਂਦੇ ਆ, ਮਲਕ ਭਾਗੋ ਨੂੰ ਸਮਝਾਉਂਦੇ ਆ। ਜਿੰਨੇ ਵੀ ਆਏ, ਸਤਿਗੁਰੂ ਨੇ ਸ਼ਬਦ ਤੋਂ ਬਿਨਾ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ। ਜਿੰਨਿਆਂ ਨੂੰ ਉਪਦੇਸ਼ ਦਿੱਤਾ ਚੇਤੇ ਰੱਖਿਓ, ਸ਼ਬਦ ਰਾਹੀਂ ਉਪਦੇਸ਼ ਦਿੱਤਾ, ਤੇ ਸਾਡਾ ਫਰਜ਼ ਬਣਦਾ ਸ਼ਬਦ ਨਾਲ ਜੁੜ ਜਾਈਏ। ਤਿੰਨ ਉਦਾਹਰਨਾਂ ਇਤਿਹਾਸ ਚੋਂ ਇਹ ਨਾਲ ਕਹਿਣੀਆਂ ਚਾਹਾਂਗਾ। ਅੰਮ੍ਰਿਤਮਈ ਬਾਣੀ ਦਾ ਇਕੱਤਰਤਾ ਜਿਹੜੀ ਉਹ ਕਿਵੇਂ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਵੇਲੇ
ਪੰਜ ਉਹਨਾਂ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਪਿਆਰਿਓ। ਭਾਈ ਸ਼ੀਹਾਂ ਉੱਪਲ, ਭਾਈ ਸੈਦੋ ਕੀਹਾ, ਕੁਝ ਹੋਰ ਗੁਰਮੁਖ ਵਿਦਵਾਨ ਜਿਨ੍ਹਾਂ ਦਾ ਇਹ ਜ਼ਿਕਰ ਆਉਂਦਾ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਜਿੰਨੀ ਅੰਮ੍ਰਿਤਮਈ ਬਾਣੀ ਉਚਾਰਦੇ, ਸਾਰੀ ਦੀ ਸਾਰੀ ਇਹ ਗੁਰਮੁਖ ਜਨ ਇੱਕ ਪੋਥੀ ਦੇ ਵਿੱਚ ਸਾਹਿਬ ਦੀ ਬਾਣੀ ਨੂੰ ਲਿਖਦੇ। ਮਹਾਰਾਜ ਉਹ ਪੋਥੀ ਦੀ ਬਾਣੀ, ਮਹਾਰਾਜ ਉਹ ਬਾਣੀ ਵਾਲੀ ਪੋਥੀ ਹਮੇਸ਼ਾ ਆਪਣੇ ਕੋਲ ਰੱਖਦੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਆ, ਆਸਾ ਹੱਥ ਕਿਤਾਬ ਕੱਛ, ਨੀਲ ਬਸਤਰ ਧਾਰੇ ਬਨਵਾਰੀ। ਧੰਨ ਗੁਰੂ ਨਾਨਕ ਸਾਹਿਬ ਦੇ ਇੱਕ ਹੱਥ ਵਿੱਚ ਡੰਡਾ ਹੈ ਔਰ ਨੀਲੇ ਵਸਤਰ ਪਹਿਨੇ ਹੋਏ ਨੇ, ਪਰ ਉਹਨਾਂ ਦੇ ਮੋਢੇ ਤੇ ਜਿਹੜਾ ਝੋਲਾ ਪਾਇਆ ਉਹਦੇ ਵਿੱਚ ਪੋਥੀ ਹੈ ਅੰਮ੍ਰਿਤਮਈ ਬਾਣੀ ਦੀ, ਆਪਣੀ ਬਾਣੀ। ਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੋਰ ਨਮਸਕਾਰ ਕਰਦੇ ਆ। 15 ਭਗਤ ਜਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਆਪ ਇਕੱਤਰ ਕਰਕੇ ਲਿਆਏ। 15 ਭਗਤਾਂ ਦੀ ਬਾਣੀ ਸਾਹਿਬ ਨੇ, ਭਾਵੇਂ ਉਹ ਪਾਕ ਪਟਨ ਦੀ ਧਰਤੀ ਹੋਵੇ, ਯਾਦ ਰਹੇ, ਭਾਵੇਂ ਉਹ ਸਹਿਬਾਨ ਗੁਜਰਾਤ ਪਾਕਿਸਤਾਨ ਦਾ ਇਲਾਕਾ ਹੋਵੇ, ਭਾਵੇਂ ਉਹ ਨਰਸੀ ਦਾ ਇਲਾਕਾ ਹੋਵੇ, ਭਗਤ ਨਾਮਦੇਵ ਸਾਹਿਬ ਦੀ ਬਾਣੀ ਮਹਾਰਾਜ ਅੰਮ੍ਰਿਤਮਈ ਬਾਣੀ ਲੈ ਕੇ ਆਏ। ਦੂਜੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਆ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ, ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹਿੰਦੂ ਤੇ ਮੁਸਲਮਾਨ ਮੱਕੇ ਦੀ ਧਰਤੀ ਤੇ ਇਕੱਠੇ ਹੋ ਕੇ ਆਂਦੇ ਆ, ਬਾਬਾ ਆ ਪੋਥੀ ਖੋਲ ਕੇ ਦੱਸ ਕਿ ਇਸ ਪੋਥੀ ਦੇ ਵਿੱਚ ਹਿੰਦੂਆਂ ਨੂੰ ਵੱਡਾ ਲਿਖਿਆ ਕਿ ਮੁਸਲਮਾਨਾਂ ਨੂੰ ਲਿਖਿਆ। ਯਾਦ ਰੱਖਿਓ, ਉਹ ਪੋਥੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਅੰਮ੍ਰਿਤਮਈ ਬਾਣੀ ਦੀ ਪੋਥੀ ਹੈ। ਤੀਜੀ ਉਦਾਹਰਨ, ਜਦੋਂ ਗੁਰੂ ਨਾਨਕ ਸਾਹਿਬ ਜੋਗੀਆਂ ਨਾਲ ਵਿਚਾਰ ਕਰਦੇ ਆ ਸੁਮੇਰ ਪਰਬਤ ਤੇ ਜੋਗੀਆਂ ਦੀ ਵਿਚਾਰਧਾਰਾ ਦੀ ਗੱਲ ਕਰਦੇ ਆ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਆ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲਾ। ਸ਼ਬਦ ਨਾਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਨਾਲ, ਸਿਧਾਂਤ ਨਾਲ ਜੋਗੀਆਂ ਦੀ ਮੰਡਲੀ ਨੂੰ ਪਿਆਰਿਓ ਜਿੱਤਿਆ। ਸ਼ਬਦ ਇੰਨਾ ਕੁ ਪ੍ਰਧਾਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਜ਼ਿੰਦਗੀ, ਸਮੁੱਚੇ ਜੀਵਨ ਕਾਲ ਵਿੱਚ, ਯਾਦ ਰੱਖਿਓ, ਹਜ਼ੂਰ ਨੇ 19 ਰਾਗਾਂ ਵਿੱਚ 958 ਸ਼ਬਦ ਉਚਾਰਨ ਕੀਤੇ। ਹੁਣ ਮਹਾਰਾਜ ਕੋਲ ਆਪਣੀ ਬਾਣੀ 19 ਰਾਗਾਂ 'ਚ 958 ਸ਼ਬਦ ਤੇ 15 ਭਗਤ ਜਨਾਂ ਦੀ ਬਾਣੀ ਨੂੰ ਮਹਾਰਾਜ ਨੇ ਇਕੱਠਿਆਂ ਕਰਕੇ ਦੂਜੇ ਨਾਨਕ, ਦੂਜੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਜਿੱਦਣ ਮਹਾਰਾਜ ਆਏ, ਅੰਮ੍ਰਿਤਮਈ ਬਾਣੀ ਦੀ ਪੋਥੀ ਕਰਤਾਰਪੁਰ ਸਾਹਿਬ ਤੋਂ ਨਾਲ ਹੀ ਲੈ ਕੇ ਆਏ। ਹੁਣ ਗੁਰੂ ਅੰਗਦ ਸਾਹਿਬ ਕੋਲ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਬਾਣੀ ਤੇ ਭਗਤਾਂ ਦੀ ਸਮੁੱਚੀ ਬਾਣੀ ਹੈ। ਯਾਦ ਰਵੇ, ਗੁਰੂ ਅੰਗਦ ਸਾਹਿਬ ਨੇ ਆਪਣੀ ਜ਼ਿੰਦਗੀ 'ਚ 63 ਸ਼ਲੋਕ ਉਚਾਰਨ ਕੀਤੇ। ਇਹ ਵੀ ਨਾਲ ਗਿਆਤ ਕਹਿਵਾਂ, ਸ਼ਲੋਕ ਜਿਹੜਾ ਪਿਆਰਿਓ ਕਿਸੇ ਰਾਗ ਦਾ ਮੁਤਾਜ ਨਹੀਂ ਹੁੰਦਾ। ਅੰਮ੍ਰਿਤਮਈ ਗੁਰਬਾਣੀ ਵਿੱਚ 22 ਵਾਰਾਂ ਹੈ। ਉਹਨਾਂ ਵਾਰਾਂ ਦੇ ਨਾਲ ਮਹਾਰਾਜ ਨੇ ਇਹ ਸ਼ਲੋਕ ਜਿਹੜੇ ਜੋੜ ਦਿੱਤੇ ਗੁਰੂ ਅਰਜਨ ਦੇਵ ਸਾਹਿਬ ਨੇ। 63 ਸ਼ਲੋਕ ਗੁਰੂ ਅੰਗਦ ਸਾਹਿਬ ਉਚਾਰਨ ਕੀਤੇ। ਸਾਰੀ ਬਾਣੀ ਗੁਰੂ ਅੰਗਦ ਸਾਹਿਬ ਨੇ ਆਪਣੀ, ਗੁਰੂ ਨਾਨਕ ਸਾਹਿਬ ਦੀ ਭਗਤਾਂ ਦੀ ਬਾਣੀ ਗੁਰੂ ਅਮਰਦਾਸ ਦੀ ਝੋਲੀ ਪਾਈ ਤੇ ਗੁਰੂ ਅਮਰਦਾਸ ਮਹਾਰਾਜ ਨੇ 17 ਰਾਗ ਉਚਾਰਨ ਕੀਤੇ। 17 ਰਾਗਾਂ ਦੇ ਵਿੱਚ ਪਿਆਰਿਓ 647 ਸ਼ਬਦ ਉਚਾਰਨ ਕੀਤੇ। ਅੰਮ੍ਰਿਤਮਈ ਬਾਣੀ ਦਾ ਸਮੁੱਚਾ ਖਜ਼ਾਨਾ ਸੋਢੀ ਸੁਲਤਾਨ ਗੁਰੂ ਰਾਮਦਾਸ ਦੀ ਝੋਲੀ ਪਾ ਦਿੱਤਾ। ਗੁਰੂ ਰਾਮਦਾਸ ਸਤਿਗੁਰੂ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ ਮਹਾਰਾਜ ਨੇ ਬਾਕੀ ਰਾਗ ਆਪਣੇ ਕੋਲੋਂ ਉਚਾਰਨ ਕਰਕੇ 30 ਰਾਗ ਗੁਰੂ ਰਾਮਦਾਸ ਨੇ ਉਚਾਰੇ। 30 ਰਾਗਾਂ ਦੇ ਵਿੱਚ 800 ਤੇ 85 ਸ਼ਬਦ ਹਜ਼ੂਰ ਨੇ ਉਚਾਰਨ ਕੀਤੇ ਤੇ ਸਾਰੀ ਬਾਣੀ ਦਾ ਖਜ਼ਾਨਾ
ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਝੋਲੀ ਪਾ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਪਿਤਾ ਵਾਲੇ 30 ਰਾਗਾਂ ਵਿੱਚ 2312 ਸ਼ਬਦ ਉਚਾਰਨ ਕੀਤੇ। ਇਹ ਇਤਿਹਾਸ ਦਾ ਪੱਖ ਹੈ ਕਿ 5 ਪਾਤਸ਼ਾਹੀਆਂ ਦੀ ਬਾਣੀ, ਭਗਤ ਜਨਾਂ ਦੀ ਬਾਣੀ, ਇਹਨਾਂ ਵਿੱਚ ਗੁਰਸਿੱਖਾਂ ਦੀ ਬਾਣੀ, ਜਿਹਦੇ ਵਿੱਚ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸੁਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੋਤਿਆ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦੇ ਪੋਤਿਆ ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਰਾਮ ਕਲੀ ਸੱਦ ਲਿਖਿਆ, ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਹੈ। ਇਹਨਾਂ ਗੁਰਸਿੱਖਾਂ ਦੀ ਬਾਣੀ ਤੇ ਯਾਦ ਰਹੇ ਭੱਟ ਸਹਿਬਾਨ ਜਿਹੜੇ ਹੈ 1581 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਆਏ। 1581 ਈਸਵੀ ਦੇ ਵਿੱਚ ਜਦੋਂ ਕੋਲ ਆਏ ਨਾ, ਭੱਟ ਸਹਿਬਾਨ 11 ਭੱਟ ਹੈ ਤੇ 11 ਭੱਟਾਂ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਇੱਕ ਬਚਨ ਆਖਿਆ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁਖੋਂ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, कहत्या कहती सुनी रहत को खुशी ना आयो, हर नाम छोड़ दूजे लगे, तिनके गुण हो क्या कहो, गुर दई मिलायो पिखिया, जिव तू रखे तिव रहो। गुरु अर्जन देव साहब साडी ये भट्टां दी टोली, ये काफला पता नहीं किन्ने संत महापुरुष, पता नहीं किन्निया कदे कोल गए आ, पर तेरे वर्गा दर कोई नहीं मिलिया। ते याद रखियो भट्ट सहबाना 130 ਸਵਈਏ 5 ਪਾਤਸ਼ਾਹੀਆਂ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ। ਇਹ ਆ ਪਿਆਰਿਓ ਅੰਮ੍ਰਿਤਮਈ ਬਾਣੀ ਦੇ ਖਜ਼ਾਨੇ ਦਾ ਇਤਿਹਾਸ। ਹੁਣ ਅਗਲੀ ਗੱਲ ਆਪ ਜੀ ਦੇ ਸਾਹਮਣੇ ਕਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਲੋੜ ਕਿਉਂ ਪੈ ਗਈ। ਥੋੜਾ ਜਿਹਾ ਇਤਿਹਾਸ ਨੂੰ ਅਗਲਾ ਪੱਖ ਕਹਿਣ ਲੱਗਾ ਆ। ਗੁਰੂ ਅਰਜਨ ਦੇਵ ਸਾਹਿਬ ਦਾ ਵੱਡਾ ਭਰਾਤਾ ਹੈ ਬਾਬਾ ਪ੍ਰਿਥੀ ਚੰਦ। ਬਾਬੇ ਪ੍ਰਿਥੀ ਚੰਦ ਦੇ ਪੁੱਤ ਦਾ ਨਾਂ ਹੈ ਬਾਬਾ ਮਿਹਰਵਾਨ। 6ਵੇਂ ਪਾਤਸ਼ਾਹ ਤੋਂ ਬਾਅਦ ਬਹੁਤ ਲੰਮਾ ਸਮਾਂ ਹਰਮੰਦਰ ਸਾਹਿਬ ਦਾ ਪ੍ਰਬੰਧ ਬਾਬੇ ਪ੍ਰਿਥੀ ਚੰਦ ਦੀ ਔਲਾਦ ਕੋਲ ਰਿਹਾ। ਬਾਬਾ ਪ੍ਰਿਥੀ ਚੰਦ ਨੇ ਬਹੁਤ ਜ਼ੋਰ ਲਾਇਆ ਵੀ ਇਹ ਗੁਰਤਾ ਗੱਦੀ ਮੈਨੂੰ ਮਿਲ ਜਾਏ, ਪਰ ਯੋਗ ਨਹੀਂ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਤਖਤ ਬਖੇ ਤਖਤੈ ਕੀ ਲਾਇਕ, ਜਿਹੜਾ ਯੋਗ ਹੋਵੇਗਾ ਬੈਠੇਗਾ ਤੋ ਹੀ। ਤਖਤੈ ਰਾਜਾ ਸੋ ਬਖੈ ਜੋ ਤਖਤੈ ਲਾਇਕ ਹੋਈ। ਹੁਣ ਬਾਬਾ ਪ੍ਰਿਥੀ ਚੰਦ ਬਾਬੇ ਮਿਹਰਵਾਨ ਨੂੰ ਇੱਕ ਗੱਲ ਕਹਿੰਦਾ ਹੈ ਵੀ ਪੁੱਤਰਾ, ਮੇਰੇ ਕੋਲ ਗੁਰੂ ਅਰਜਨ ਦੇਵ ਸਾਹਿਬ ਜਿੰਨੀ ਹੀ ਸੰਗਤ ਆ, ਮੇਰੇ ਕੋਲ ਮਸੰਦ ਵੀ ਉਨੇ ਹੀ ਆ, ਪੈਸਾ ਮੇਰੇ ਕੋਲ ਉਹਦੇ ਤੋਂ ਵੀ ਜ਼ਿਆਦਾ ਹੈ। ਉਹਨਾਂ ਹਰਮੰਦਰ ਸਾਹਿਬ ਬਣਾਇਆ, ਮੈਂ ਸਹੁਰੇ ਪਿੰਡ ਲਾਹੌਰ ਲਾਗੇ ਹੇਰੀ ਦੇ ਵਿੱਚ ਹਰਮੰਦਰ ਸਾਹਿਬ ਵਰਗਾ ਇੱਕ ਹੋਰ ਸਥਾਨ ਬਣਾਇਆ। ਇੰਨਾ ਕੁਝ ਹੁੰਦਿਆਂ ਵੀ ਮੈਂ ਗੁਰੂ ਨਾ ਬਣ ਸਕਿਆ। ਉਹਦਾ ਇੱਕੋ ਹੀ ਕਾਰਨ ਸੀ ਕਿ ਮੈਨੂੰ ਬਾਣੀ ਨਹੀਂ ਸੀ ਉਚਾਰਨੀ ਆਉਂਦੀ। ਬਾਬੇ ਮਿਹਰਵਾਨ ਨੇ ਕੁਝ ਕਵਿਤਾਵਾਂ ਜਿਹੜੀਆਂ ਉਹਨਾਂ ਨੂੰ ਲਿਖਿਆ ਤੇ ਹਰ ਕਵਿਤਾ ਦਾ ਸਮਾਪਤੀ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਮੋਹਰ ਲਾ ਕੇ ਕੀਤੀ। ਇੱਕ ਨਾਲ ਅਰਜ਼ ਇਹ ਕਰਦੇ ਆ, ਗੁਰਮੁਖ ਜਨ ਬੈਠੇ ਆ, 6ਵੇਂ 7ਵੇਂ ਤੇ 8ਵੇਂ ਪਾਤਸ਼ਾਹ ਨੇ ਬਾਣੀ ਕਿਉਂ ਨਹੀਂ ਉਚਾਰੀ। ਆਮ ਤੌਰ ਤੇ ਅਸੀਂ ਇਹ ਗੱਲ ਬੜੀ ਵਾਰੀ ਪੜ੍ਹਦੇ ਆ, ਵੇਖਦੇ ਆ ਵੀ 6ਵੇਂ 7ਵੇਂ 8ਵੇਂ ਪਾਤਸ਼ਾਹ ਦੀ ਬਾਣੀ ਨਹੀਂ, ਕਿਉਂ? ਅਸਲ ਚ ਬਾਬਾ ਮਿਹਰਵਾਨ ਜਿਹੜੀਆਂ ਕਵਿਤਾਵਾਂ ਉਚਾਰਦਾ, ਉਹ ਲਿਖਦਾ ਮਹੱਲਾ 6ਵਾਂ ਆਪਣੇ ਪਿਤਾ ਨੂੰ, ਬਾਬੇ ਪ੍ਰਿਥੀ ਚੰਦ ਨੂੰ। ਆਪਣੇ ਲਈ ਉਹ ਲਿਖਦਾ ਮਹੱਲਾ 7ਵਾਂ, ਆਪਣੇ ਬੱਚੇ ਲਈ, ਆਪਣੇ ਪੁੱਤਰ ਲਈ ਸੋਢੀ ਹਰਜੀ ਵਾਸਤੇ ਉਹ ਲਿਖਦਾ ਮਹੱਲਾ 8ਵਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੀ ਸੰਗਤ ਨੂੰ ਇਹ ਪਹਿਲਾਂ ਹੀ ਸੁਨੇਹਾ ਦੇ ਦਿੱਤਾ ਹੈ ਵੀ ਸਾਡੇ ਤੋਂ ਬਾਅਦ 9ਵੇਂ ਸਤਿਗੁਰੂ ਬਾਣੀ ਉਚਾਰਨਗੇ, 3 ਪਾਤਸ਼ਾਹੀਆਂ ਦੀ ਬਾਣੀ ਨਹੀਂ। ਸੰਗਤ ਨੂੰ ਪਤਾ ਲੱਗ ਗਿਆ ਵੀ ਜਿੱਥੇ ਮਹੱਲਾ 6ਵਾਂ 7ਵਾਂ 8ਵਾਂ ਦੀ ਗੱਲ ਹੈ, ਇਹਦਾ ਮਤਲਬ ਇਹ ਸੱਚੀ ਬਾਣੀ ਨਹੀਂ ਹੈ। ਇੱਕ ਦਿਨ ਐਸਾ ਬਣਿਆ, ਮਹਾਰਾਜ ਬੈਠੇ ਹੈ,
ਸੰਗਤ ਸੇਵਾ ਕਰਦੀ ਹੈ ਤੇ ਕੁਝ ਸੰਗਤ ਜੋਟੀਆਂ ਬਣਾ ਕੇ, ਕਾਫਲੇ ਬਣਾ ਕੇ ਸ਼ਬਦ ਪੜ੍ਹਦੀ ਤੁਰੀ ਆ ਰਹੀ ਹੈ। ਕਿਸੇ ਨੇ ਸ਼ਬਦ ਪੜਿਆ, ਅਕ ਧਤੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਦੋਂ ਕਿਸੇ ਇਹ ਬੋਲ ਉਚਾਰਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਮਾਮਾ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਆ, ਭਾਈ ਗੁਰਦਾਸ ਜੀ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਵਿੱਚ ਰਲਾ, ਸੋ ਮੂਲ ਨਾ ਧਰੀਏ। ਅੱਜ ਵੀ ਤੁਸੀਂ ਵੇਖਦੇ ਹੋ ਆ ਜਿਹੜੀਆਂ ਗੱਲਾਂ ਅਕਸਰ ਟਰਾਲੀਆਂ ਤੇ ਟਰੱਕਾਂ ਤੇ ਲਿਖੀਆਂ ਹੁੰਦੀਆਂ, ਵਿਆਹ ਵਾਲੇ ਸ਼ਾਦੀ ਦੇ ਜਿਹੜੇ ਕਾਰਡ ਆ ਉਹਨਾਂ ਤੇ ਲਿਖਿਆ ਹੁੰਦਾ ਹੈ, 10 ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ, ਹੁਣੇ ਬਾਣੀ ਨਹੀਂ ਹੈ। ਜਦੋਂ ਇਹ ਕੁਝ ਵੇਖਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲਿਆ ਤੇ ਮਹਾਰਾਜ ਨੇ, ਇਹ ਯਾਦ ਰੱਖਿਓ, ਇਤਿਹਾਸ ਦੇ ਬੜੇ ਸੁਨਹਿਰੇ ਪੈਂਡੇ ਆ, ਬੜੇ ਸੁਨਹਿਰੇ ਅੱਖਰ ਆ। ਜਿੰਨੀ ਮਿੱਟੀ ਜਿੱਥੇ ਅੱਜ ਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣਿਆ, ਜਿੰਨੀ ਮਿੱਟੀ ਹਰਮੰਦਰ ਸਾਹਿਬ ਦੇ ਥੱਲਿਓਂ ਨਿਕਲੀ, ਮਹਾਰਾਜ ਨੇ ਉਹਦਾ ਇੱਕ ਵੀ ਕਿਣਕਾ ਪਿਆਰਿਓ ਅਜਾਈ ਨਹੀਂ ਜਾਣ ਦਿੱਤਾ। ਉਹ ਸਾਰੀ ਮਿੱਟੀ ਦੀਆਂ ਇੱਟਾਂ ਥੱਪ ਕੇ ਇੱਕ ਅਸਥਾਨ ਬਣਾਇਆ, ਉਹਦਾ ਨਾਂ ਹੈ ਕੋਠਾ ਸਾਹਿਬ। ਜਿੱਥੇ ਅੱਜ ਕੱਲ ਅਕਾਲ ਤਖਤ ਸਾਹਿਬ ਬਣਿਆ ਨਾ, ਉਸ ਰੱਬੀ ਇਮਾਰਤ ਦੇ ਪਿਛਲੇ ਪਾਸੇ ਕੋਠਾ ਸਾਹਿਬ ਅਸਥਾਨ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਜ ਵੀ ਸੁਖਾਸਣ ਹੁੰਦੇ ਆ। ਸਾਹਿਬ ਨੇ ਇੱਕ ਸਥਾਨ ਰਚਿਆ ਜੀ, ਉਹਦਾ ਨਾਮ ਹੈ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ। ਸਾਡਾ ਫਰਜ਼ ਬਣਦਾ ਹੈ ਜਦੋਂ ਕਿਤੇ ਹਰਮੰਦਰ ਸਾਹਿਬ ਜਾਈਏ ਨਾ, ਸ੍ਰੀ ਰਾਮਸਰ ਸਾਹਿਬ ਦੇ ਜ਼ਰੂਰ ਦੀਦਾਰ ਕਰਿਓ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ। ਮਹਾਰਾਜ ਗੁਰੂ ਰਾਮਦਾਸ ਜੀ ਨੇ ਉਸ ਪਾਵਨ ਸਰੋਵਰ ਦੇ ਕੰਢੇ ਤੇ ਸੋਹਣਾ ਇੱਕ ਸ਼ਮਿਆਨਾ ਲਗਵਾਇਆ। ਸਿੱਖਾਂ ਨੂੰ ਆਖਿਆ ਵੀ ਕਾਗਜ਼ ਪਤਾ ਕਰੋ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਲਿਖਤ ਹੈ ਕਿ ਸਭ ਤੋਂ ਪਹਿਲਾਂ ਕਾਗਜ਼ ਜਿਹੜਾ ਆ 709 ਈਸਵੀ ਚ ਚਾਈਨਾ ਨੇ ਬਣਾਇਆ। ਭਾਰਤ ਵਿੱਚ ਦੋ ਥਾਂ ਤੇ ਕਾਗਜ਼ ਬਣਦਾ ਸੀ, ਸਿਆਲਕੋਟ ਤੇ ਕਸ਼ਮੀਰ। ਕਸ਼ਮੀਰ ਦੇ ਕਾਗਜ਼ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਵਧੀਆ ਸੀ। ਹਜ਼ੂਰ ਨੇ ਸਾਰਾ ਹੀ ਕਾਗਜ਼ ਕਸ਼ਮੀਰ ਦੀ ਧਰਤੀ ਤੋਂ ਮੰਗਵਾਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਅੰਮ੍ਰਿਤਮਈ ਬਾਣੀ ਜਿਹੜੀ ਉਹ ਲਿਖਾਉਣੀ ਸ਼ੁਰੂ ਕਰ ਦਿੱਤੀ। ਅੱਜ ਵੀ ਪ੍ਰਾਤਨ ਸਰੂਪਾਂ ਦੇ ਕਦੀ ਦਰਸ਼ਨ ਕਰੋ, ਪ੍ਰਾਤਨ ਸਰੂਪਾਂ ਦੇ ਪਿਛਲੇ ਪਾਸੇ ਨਾ ਇੱਕ ਪੇਜ ਕਹਿ ਲਈਏ ਵੱਖਰਾ, ਉਹਦੇ ਉੱਤੇ ਕੱਲਾ ਸਿਆਹੀ ਦਾ ਨੁਸਖਾ ਲਿਖਿਆ ਹੋਇਆ। ਉਦੋਂ ਅੱਜ ਵਾਂਗ ਨਹੀਂ ਸੀ, ਸਿਆਹੀ ਬਣਾਉਣ ਨੂੰ ਤਕਰੀਬਨ 20 ਤੋਂ 25 ਦਿਨ ਲੱਗ ਜਾਂਦੇ। ਤਾਂਬੇ ਦੇ ਭਾਂਡੇ ਵਿੱਚ ਦੇਸੀ ਤੇਲ ਘੋਲਣੇ, ਉਹਦੇ ਚ ਕਾਲਖ ਪਾਉਣੀ, ਉਹਦੇ ਵਿੱਚ ਜਿਹੜੀ ਕਿੱਕਰ ਦੀ ਗੂੰਦ ਹੈ ਉਹ ਪਾਈ ਜਾਂਦੀ, ਤਿੜਾਂ ਦਾ ਤੇਲ ਪਾਇਆ ਜਾਂਦਾ, ਉਹਨੂੰ ਨਿੰਮ ਦੇ ਡੰਡੇ ਨਾਲ ਰੋਜ਼ ਰਗੜਿਆ ਜਾਂਦਾ। ਇਸ ਕਰਕੇ ਨਿੰਮ ਦਾ ਡੰਡਾ ਵਰਤਦੇ ਕਿ ਕੱਲ ਨੂੰ ਸਿਆਹੀ ਨੂੰ ਕੋਈ ਕੀੜਾ ਨਾ ਲੱਗ ਸਕੇ। ਤਾਂਬੇ ਦੀ ਪੱਤੀ ਇਸ ਲਈ ਰੱਖੀ ਜਾਂਦੀ ਕਿ ਸਿਆਹੀ ਜਿਹੜੀ ਚਮਕਦਾਰ ਹੋ। ਇੱਕ ਕਲਮ ਦੇ ਨਾਲ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਲਿਖਿਆ ਜਾਂਦਾ, ਕਿਉਂਕਿ ਲਿਖਦਿਆਂ ਲਿਖਦਿਆਂ ਕਲਮ ਘਸਦੀ, ਜਿਹੜੇ ਅਗਲੇ ਅੱਖਰ ਲਿਖਣੇ ਹੁੰਦੇ ਸਨ ਉਹਦੇ ਲਈ ਅੱਖਰਾਂ ਦੀ ਮੋਟਾਈ ਵੱਧ ਜਾਂਦੀ। ਇਸ ਕਰਕੇ ਇੱਕ ਅੰਗ ਤੇ ਇੰਨੀਆਂ ਤੁਕਾਂ ਤੇ ਇੰਨੇ ਅੱਖਰ ਹੀ ਲਿਖੇ ਜਾਣ। ਮਹਾਰਾਜ ਛੋਟੀ ਤੋਂ ਛੋਟੀ ਗੱਲ ਦਾ ਵੀ ਧਿਆਨ ਰੱਖਿਆ, ਤਾਂ ਹੀ ਰੱਬੀ ਬਾਣੀ ਚਾਕਿਆ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਭਾਈ ਸਾਹਿਬ ਭਾਈ ਗੁਰਦਾਸ ਇੱਕ ਇੱਕ ਅੰਗ ਨੂੰ ਲਿਖਦੇ, ਜਿੰਨੇ ਅੰਗ ਲਿਖੇ ਜਾਂਦੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਨੂੰ ਫਿਰ ਪੜ੍ਹਦੇ। ਅੱਜ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ ਐ, ਪਹਿਲਾਂ ਵੈਸੇ ਹਾਸ਼ੀਏ ਤੋਂ ਬਾਹਰ ਇਹ ਲਿਖਿਆ ਜਾਂਦਾ ਸੀ ਸੁੱਧ ਜਾਂ ਸੁੱਧ ਕੀਚੇ। ਅਕਸਰ ਬਾਣੀ 'ਚ ਬੋਲ ਆਉਂਦਾ ਹੈ ਸ਼ੁੱਧ ਜਾਂ ਸ਼ੁੱਧ ਕੀਚੇ। ਇਹ ਉਦੋਂ ਲਿਖਿਆ ਜਾਂਦਾ ਜਦੋਂ ਗੁਰੂ ਅਰਜਨ ਦੇਵ ਸਾਹਿਬ ਉਹਨੂੰ ਵਾਚਦੇ, ਕੋਈ ਡੰਡੀ ਕੋਈ ਮਾਤਰਾ ਘੱਟ ਵੱਧ ਜਾਂਦੀ, ਇਸ ਕਰਕੇ ਉਹਨੂੰ ਮਹਾਰਾਜ ਸੁਧਾਈ ਕਰਕੇ ਥੱਲੇ ਲਿਖ ਦਿੰਦੇ ਸ਼ੁੱਧ ਕੀਚੇ। ਉਹ ਬਾਅਦ ਚ ਹਾਸ਼ੀਏ ਦੇ ਅੰਦਰ ਲਿਖਣਾ ਸ਼ੁਰੂ ਕਰ ਦਿੱਤਾ, ਖੈਰ ਇਹ ਕੋਈ ਗੱਲ ਨਹੀਂ।
ਹਜ਼ੂਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਅੰਮ੍ਰਿਤਮਈ ਬਾਣੀ ਜਿੰਨੀ ਲਿਖੀ ਜਾਂਦੀ ਸਾਰੀ ਨੂੰ ਕੋਠਾ ਸਾਹਿਬ ਰੱਖ ਕੇ, ਕੋਠਾ ਸਾਹਿਬ ਕੇਵਲ ਗੁਰੂ ਅਰਜਨ ਦੇਵ ਸਾਹਿਬ ਤੇ ਧੰਨ ਭਾਈ ਗੁਰਦਾਸ ਜੀ ਜਾ ਸਕਦੇ ਸਨ। ਤੀਜੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ, ਕਿਉਂਕਿ ਇਹ ਉਹ ਥਾਲ ਹੈ, ਉਹ ਖਜ਼ਾਨਾ ਹੈ ਜਿਹੜਾ ਕੌਮ ਵਾਸਤੇ ਗੁਰੂ ਨੇ ਘੜਨਾ ਹੈ। ਇਹ ਵੀ ਯਾਦ ਰੱਖਿਓ ਪਿਆਰਿਓ, ਦੁਨੀਆ ਵਿੱਚ 300 ਦੇ ਕਰੀਬ ਧਰਮ ਆ। ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਜੀਂਦੇ ਜੀ ਕੋਈ ਗ੍ਰੰਥ ਕਿਸੇ ਕੌਮ ਨੂੰ ਨਹੀਂ ਦਿੱਤਾ। ਰਮਾਇਣ ਦੀ ਗੱਲ ਚੱਲੇਗੀ ਤੇ ਬਹੁਤ ਸਮਾਂ ਬਾਅਦ ਚ ਲਿਖੀ ਗਈ। ਸ਼੍ਰੀ ਮਦ ਭਾਗਵਤ ਗੀਤਾ ਦੀ ਗੱਲ ਚੱਲੇਗੀ ਤੇ ਸ਼੍ਰੀ ਕ੍ਰਿਸ਼ਨ ਜੀ ਤੋਂ ਬਹੁਤ ਸਮਾਂ ਬਾਅਦ ਲਿਖੀ ਗਈ। ਪਾਕ ਕੁਰਾਨ ਮਜੀਦ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਰੁਖਸਤ ਹੋਣ ਤੋਂ ਬਹੁਤ ਸਮਾਂ ਬਾਅਦ ਚ ਲਿਖਿਆ ਗਿਆ। ਜੋ ਵੇਦ ਆ, ਉਪਨਿਸ਼ਦਾਂ ਆ, ਪੁਰਾਣ ਆ, ਸਭ ਸਤਿਕਾਰਯੋਗ ਆ, ਪਰ ਕਿਸੇ ਰਹਿਬਰ ਨੇ ਆਪਣੀ ਕੌਮ ਨੂੰ ਆਪਣੀ ਜ਼ਿੰਦਗੀ ਵਿੱਚ ਬੈਠਿਆਂ ਨਹੀਂ ਦੇ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਰੀਰ ਚ ਰਹਿੰਦਿਆਂ ਇਹ ਖਜ਼ਾਨਾ ਜਿਹੜਾ ਕੌਮ ਦੀ ਝੋਲੀ ਪਾਇਆ। ਹੁਣ ਜਦੋਂ ਰੱਬੀ ਬਾਣੀ ਲਿਖਦੇ ਆ ਨਾ ਤੇ ਆਸੇ ਪਾਸੇ ਸੰਗਤਾਂ ਨੂੰ ਪਤਾ ਲੱਗਿਆ ਇਹ ਸੁਨੇਹਾ ਲਾਹੌਰ ਗਿਆ। ਲਾਹੌਰ ਦੀ ਧਰਤੀ ਦੇ 3 ਭਗਤ ਤੇ 1 ਭਗਤ ਜਿਹੜਾ ਉਹ ਕਲਾਨੌਰ ਦਾ ਸੀ, ਗੁਰਦਾਸਪੁਰ ਇਲਾਕੇ ਦਾ। 4 ਭਗਤ ਇਕੱਠੇ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਕੋਲ ਆ ਗਏ ਅੰਮ੍ਰਿਤਸਰ ਦੀ ਧਰਤੀ ਤੇ। ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਆਖਿਓ ਮਹਾਰਾਜ ਸੁਣਿਆ ਤੁਸੀਂ ਇੱਕ ਗ੍ਰੰਥ ਲਿਖ ਰਹੇ ਹੋ। ਮਹਾਰਾਜ ਕਹਿਣ ਲੱਗੇ ਠੀਕ ਸੁਣਿਆ ਪਾਸ਼ਾ, ਇੱਕ ਗੱਲ ਅਸੀਂ ਹੋਰ ਸੁਣੀ ਹੈ ਵੀ ਤੁਸੀਂ ਇਹਦੇ ਚ ਸ਼ੂਦਰਾਂ ਦੀ ਬਾਣੀ ਲਿਖਦੇ ਪਏ ਹੋ। ਮਹਾਰਾਜ ਮੁਸਕਰਾ ਕੇ ਕਹਿੰਦੇ ਆ ਫਿਰ ਤੁਹਾਨੂੰ ਭਗਤ ਕਵਾਉਣ ਦਾ ਹੱਕ ਕੋਈ ਨਹੀਂ। ਜਿਹੜੇ ਅਜੇ ਤੱਕ ਇਹ ਹੀ ਨਹੀਂ ਸਮਝ ਸਕੇ ਵੀ ਸ਼ੂਦਰ ਕੌਣ ਹੈ, ਉਹਨਾਂ ਨੂੰ ਭਗਤ ਕਵਾਉਣ ਦਾ ਕੀ ਹੱਕ ਹੋਏਗਾ। ਕਹਿਣ ਲੱਗੇ ਮਹਾਰਾਜ ਇਹ ਛੱਡੋ, ਅਸੀਂ ਇਸ ਕਰਕੇ ਆਏ ਆ ਵੀ ਸਾਡੀ ਬਾਣੀ ਲਿਖੋ। ਮਹਾਰਾਜ ਕਹਿਣ ਲੱਗੇ ਜੀ ਆਇਆਂ ਨੂੰ, ਪਰ ਗੱਲ ਇਹ ਵੇ ਜੇ ਤੁਹਾਡੀ ਬਾਣੀ, ਤੁਹਾਡੇ ਬੋਲ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਮੇਲ ਖਾਂਦੇ ਹੋਏ, ਸਿਧਾਂਤ ਇੱਕੋ ਜਿਹਾ ਹੋਵੇ, ਫਿਰ ਬਾਣੀ ਲਿਖ ਸਕਦੇ ਆ, ਉਦਾਂ ਨਹੀਂ। ਕਹਿਣ ਲੱਗੇ ਠੀਕ ਹੈ ਜੀ, ਮੈਂ 2-2 ਤੁਕਾਂ ਉਹਨਾਂ ਦੀਆਂ 2-2 ਗੱਲਾਂ ਨਾਲ ਕਹਿੰਦਾ ਜਾਵਾਂ। ਸਭ ਤੋਂ ਪਹਿਲਾਂ ਵਾਰੀ ਆਈ ਜੀ ਭਗਤ ਕਾਨੇ ਦੀ। ਉਹਨੇ ਬੋਲ ਆਖਿਆ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਵੇਦ ਪੁਰਾਨ ਜਸ ਗਾਵੇਂ, ਖੋਜ ਦੇਖੋ ਮਤ ਕੋਈ ਰੇ। ਉਹ ਦੁਨੀਆ ਦੇ ਲੋਕੋ, ਮੈਂ ਉਹੀ ਕਾਨਾ ਆ, ਮੈਂ ਉਹੀ ਕਾਨਾ ਆ ਜਿਹਨੂੰ ਵੇਦ ਪੁਰਾਣ ਖੋਜਦੇ ਰਹਿ ਗਏ, ਪਰ ਕਾਨੇ ਦਾ ਕਿਸੇ ਨੇ ਅੰਤ ਨਹੀਂ ਪਾਇਆ। ਹਜ਼ੂਰ ਹੱਸ ਕੇ ਆਂਦੇ ਆ ਕਾਨਾ ਜੀ ਇੰਨਾ ਹੰਕਾਰ ਸਾਡੇ ਘਰ ਵਿੱਚ ਤੇ ਸਾਡੇ ਸਿਰਜਣਹਾਰੇ ਧੰਨ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਕਹਿੰਦੇ ਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੈ ਵਿਚਾਰ, ਧਾਨ ਕਰੂਪ ਰਹਾ ਕਰਤਾਰ। ਇੱਥੇ ਤੇ ਇੰਨੀ ਨਮਾਨਤਾ ਆ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ, ਘੁੰਮ ਆਪਨੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਕਾਨਾ ਜੀ ਹੰਕਾਰ ਨਹੀਂ ਇੱਥੇ ਹੋਏਗਾ। ਵਾਰੀ ਆਈ ਜੀ ਪੀਲੂ ਭਗਤ ਦੀ। ਪੀਲੂ ਕਹਿਣ ਲੱਗਾ ਮੇਰੇ ਬੋਲ ਲਿਖੋ। ਉਹਨੇ ਪਹਿਲਾ ਬੋਲ ਆਖਿਆ ਕਾਗਦ ਸੰਦੀ ਪੂਤਰੀ ਤਉ ਨਾ ਤੇਰਿਆ ਨਿਹਾਰ। ਔਰਤ ਕਾਗਜ਼ ਦੀ ਵੀ ਬਣੀ ਹੋਵੇ ਉਹਨੂੰ ਵੇਖਣਾ ਨਹੀਂ ਚਾਹੀਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਪੀਲੂ ਜਿਸ ਮਾਂ ਦੀ ਕੁੱਖੋਂ ਜਾਇਆ ਉਹ ਕਾਗਜ਼ ਦੀ ਹੈ, ਕਦੀ ਉਹਨੂੰ ਛੂ ਕੇ ਨਹੀਂ ਵੇਖਿਆ। ਜਿਸ ਭੈਣ ਦੇ ਨਾਲ ਤੂੰ ਖੇਡਿਆ ਕਦੀ ਉਹਨੂੰ ਵੇਖਿਆ ਨਹੀਂ। ਸਾਡਾ ਘਰ ਔਰਤ ਦੀ ਇੱਜ਼ਤ ਕਰਦਾ ਹੈ, ਸੋ ਕਿਉਂ ਮੰਦਾ ਆਖੀਆਂ ਜਿੱਤ ਜੰਮੇ। ਰਾਜਾਨ ਜਾ ਸਕਦੇ ਹੋ। ਵਾਰੀ ਆਈ ਜੀ ਛੱਜੂ ਭਗਤ ਦੀ। ਨਾ ਬਲਖ ਨਾ ਬੁਖਾਰੇ ਜੋ ਸੁਖ ਛੱਜੂ ਦੇ ਚਬਾਰੇ। ਮਹਾਰਾਜ ਕਹਿਣ ਲੱਗੇ ਛੱਜੂ ਜੀ ਸੁਖ ਕਿਸੇ ਦੇ ਮਹਿਲਾਂ ਦਾ ਗੁਲਾਮ ਨਹੀਂ ਹੈ। ਸਾਡੇ ਘਰ ਵਿੱਚ ਸੁਖ ਦੀ ਗੱਲ ਹੈ। ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਇੱਥੇ ਪਰਮੇਸ਼ਰ ਦੀ ਯਾਦ ਵਿੱਚੋਂ ਸੁਖ ਹੈ, ਉਂਝ ਨਹੀਂ। ਵਾਰੀ ਆਈ ਸ਼ਾਹ ਹੁਸੈਨ ਦੀ। ਸ਼ਾਹ ਹੁਸੈਨ ਕਹਿਣ ਲੱਗਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਚਾਹ ਵੇ ਅੜਿਆ।
महाराज मैं कहना चुप रहना चाहिए, बोलना ही नहीं चाहिए। हजूर आखदे आ शाह हुसैन जिस नूं परमात्मा ने चुप रखना सी ना, ओनू ओने बोलण दी शक्ति दिती नहीं। साडा घर दा सिद्धांत आ, जब लग दुनिया रखीए नानक किश सुनिए किश कहीए। असी कहने आ संत मिले किश सुनिए कहीए, मिले असंत मस्ट कर रही है, तुसी जा सकते हो। तुहाडा सिद्धांत इस घर नाल मेल नहीं खाता। होर अर्ज करदे आ, गुरु ग्रंथ साहिब च याद रखियो 5 शहीदां दी बाणी है। गुरु अर्जन देव साहब, गुरु तेग बहादुर महाराज, 2 सतगुरु शहीद है। प्यार वालियो 15 भगतां चों एक भगत शहीद है, सत्कारयोग भगत बाबा सदना जी। सरहंद दी धरती ते अज भी जाओ, उत्थे पुछो भगत सदने दी मसीत किथे है। ਉਹ ਸਥਾਨ ਜਿੱਥੇ ਭਗਤ ਸਦਨੇ ਨੂੰ ਨੀਆਂ 'ਚ ਚਿਣ ਕੇ ਸ਼ਹੀਦ ਕੀਤਾ। ਸਰਹੰਦ ਦੀ ਰੀਤ ਬੜੀ ਪੁਰਾਣੀ ਸੀ, ਜਿਉਂਦਿਆਂ ਨੀਆਂ 'ਚ ਚਿਣ ਕੇ ਮਾਰ ਦੇਣਾ। 11 ਭੱਟਾਂ ਚੋਂ 2 ਭੱਟ ਸ਼ਹੀਦ ਹੈ, ਭੱਟ ਭਿੱਖਾ ਜੀ ਤੇ ਭੱਟ ਮਥੁਰਾ ਜੀ। ਗੁਰੂ ਹਰਗੋਬਿੰਦ ਸਾਹਿਬ ਨਾਲ ਪਹਿਲੇ ਜੰਗ ਕਿਲਾ ਲੋਹਗੜ੍ਹ ਦੇ ਵਿੱਚ ਮੈਦਾਨੇ ਜੰਗ 'ਚ ਜੂਝ ਕੇ ਸ਼ਹੀਦ ਹੋਏ। ਖੈਰ ਜੀ, ਇਹ ਅੰਮ੍ਰਿਤਮਈ ਬਾਣੀ ਦਾ ਖਜ਼ਾਨਾ 15 ਅਗਸਤ सन 1604 ईस्वी ਨੂੰ ਸੰਪੂਰਨ ਹੋਇਆ। ਬਾਣੀ ਦੀ ਸੰਪਾਦਨਾ 15 ਅਗਸਤ ਨੂੰ ਹੋ ਗਈ, ਪਰ 15 ਦਿਨ ਲੱਗੇ ਜੀ ਕੇਵਲ ਹਾਸ਼ੀਆ ਲਿਖਣ ਨੂੰ। ਖਿਮਾ ਕਰਨਾ, 15 ਦਿਨ ਲੱਗੇ ਕੇਵਲ ਤਤਕਰਾ ਲਿਖਣ ਨੂੰ। ਜਿਹੜੇ ਬਾਣੀ ਪੜਨ ਵਾਲੇ ਆ ਜੀ, ਮੈਂ ਇਹ ਕਹਾਂਗਾ ਕਿ ਤਤਕਰੇ ਦੇ ਦਰਸ਼ਨ ਜ਼ਰੂਰ ਕਰਿਓ। ਭਾਈ ਸਾਹਿਬ ਭਾਈ ਗੁਰਦਾਸ ਨੇ ਇਦਾਂ ਤਤਕਰਾ ਲਿਖਿਆ ਕਿ ਇੱਕ ਵੀ ਸ਼ਬਦ ਵਿੱਚੋਂ ਕੱਢਿਆ ਨਹੀਂ ਜਾ ਸਕਦਾ, ਨਾ ਕੋਈ ਸ਼ਬਦ ਵਿੱਚ ਦਰਜ ਹੋ ਸਕਦਾ। ਹਰ ਸ਼ਬਦਾਂ ਦੀ ਗਿਣਤੀ ਨਾਲ ਨਾਲ ਚੱਲੇਗੀ। ਸ੍ਰੀ ਰਾਗ 'ਚ ਕਿੰਨੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਆ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ, ਗੁਰੂ ਅਰਜਨ ਦੇਵ ਸਾਹਿਬ ਦੇ, ਫਿਰ ਭਗਤਾਂ ਦੀ ਵਾਰੀ ਚੱਲੇਗੀ। ਉਹਨਾਂ ਇਸ ਤਰੀਕੇ ਨਾਲ ਤਤਕਰਾ ਲਿਖਿਆ ਜੀ। 15 ਦਿਨ ਤਤਕਰਾ ਲਿਖਣ ਨੂੰ ਲੱਗੇ। 30 ਅਗਸਤ ਨੂੰ ਇਹ ਸਭ ਕੁਝ ਸਰੂਪ ਦੀ ਸੰਪਾਦਨਾ ਹੋ ਗਈ। ਇੱਕ ਦਿਨ ਮਹਾਰਾਜ ਵਿੱਚ ਇਹ ਰੱਖਿਆ ਤੇ ਇਤਿਹਾਸ ਕਹਿੰਦਾ ਸਾਰਾ ਦਿਨ ਗੁਰੂ ਅਰਜਨ ਦੇਵ ਸਾਹਿਬ ਬੈਠਿਆਂ ਪਰਮੇਸ਼ਰ ਨਾਲ ਇਹ ਗੱਲਾਂ ਕਰਦੇ ਰਹੇ, ਦਾਤਾ ਏਡੇ ਵੱਡੇ ਖਜ਼ਾਨੇ ਤੇ ਸੇਵਾਦਾਰ ਕਿਹਨੂੰ ਥਾਪਾਂ? ਕੌਣ ਹੈ ਯੋਗਤਾ ਰੱਖਣ ਵਾਲਾ? ਯਾਦ ਰੱਖਿਓ, ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਨਾ, ਉਸ ਦਿਨ ਗ੍ਰੰਥੀ ਸਿੰਘ ਦੀ ਜਿਹੜੀ ਪਦਵੀ ਆ, ਯਾਦ ਰੱਖਿਓ, ਉਹਦਾ ਵੀ ਜਨਮ ਉਦਣ ਹੀ ਹੁੰਦਾ ਆ। ਗ੍ਰੰਥੀ ਸਿੰਘ ਦੀ ਪਦਵੀ ਵੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਰਹਿਮਤਾਂ ਦੇ ਨਾਲ ਜੁਗੋ ਜੁਗ ਅਟਲ ਰਹੇਗੀ। ਮਹਾਰਾਜ ਸਾਰਾ ਦਿਨ ਵੇਖਿਆ। ਅਗਲੇ ਦਿਨ ਅੰਮ੍ਰਿਤ ਵੇਲੇ ਆਵਾਜ਼ ਦਿੱਤੀ। ਉਹ ਕੌਣ ਹੈ? 98 ਸਾਲ ਦਾ ਬਜ਼ੁਰਗ ਬਾਪੂ, ਸਤਿਕਾਰਯੋਗ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਅੱਜ ਤੇ ਅਸੀਂ 70 ਟੱਪ ਜਾਂਦੇ ਆ ਤੇ ਕਹਿੰਦੇ ਆ ਵੀ ਹੈ ਹੀ ਕੁਝ ਨਹੀਂ। ਪਿਆਰੋ, ਇਸ ਘਰ ਦੀਆਂ ਤੇ ਕਹਾਣੀਆਂ ਹੀ ਵੱਖਰੀਆਂ। 98 ਸਾਲ ਦਾ ਬਜ਼ੁਰਗ ਬਾਪੂ ਬਾਬਾ ਬੁੱਢਾ ਜੀ ਨੂੰ ਆਵਾਜ਼ ਦਿੱਤੀ, ਬਾਬਾ ਬੁੱਢਾ ਜੀ ਸਰੂਪ ਸੀਸ ਤੇ ਸੁਭਾਏਮਾਨ ਕਰੋ। ਸਰੂਪ ਸੀਸ ਤੇ ਸੁਭਾਏਮਾਨ ਹੋ ਗਿਆ। ਉਧਰ ਹਰਮੰਦਰ ਸਾਹਿਬ, ਸੋਹਣੇ ਸ਼ਮਿਆਨੇ, ਚੰਦੋਆ ਸਾਹਿਬ, ਮੰਜੀ ਸਾਹਿਬ, ਸਭ ਕੁਝ ਤਿਆਰੀ ਕਰ ਦਿੱਤੀ ਗਈ। ਬਾਬਾ ਬੁੱਢਾ ਸਾਹਿਬ ਸਰੂਪ ਲੈ ਕੇ ਖੜੋਤੇ ਰਹੇ। ਸਿੱਖ ਨੂੰ ਚੌਰ ਸਾਹਿਬ ਦਿੱਤਾ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਤੁਰੋ। ਤੁਰਦੇ ਨਹੀਂ। ਕਹਿਣ ਲੱਗੇ ਮਹਾਰਾਜ ਪਹਿਲਾਂ ਤੁਸੀਂ ਗੁਰੂ ਅੱਗੇ ਤੁਰੇਗਾ ਨਾ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਅੱਜ ਤੋਂ ਬਾਅਦ ਸ਼ਬਦ ਸਭ ਤੋਂ ਅੱਗੇ ਚੱਲੇਗਾ, ਸਰੀਰ ਸਾਰੇ ਪਿੱਛੇ ਚੱਲਣਗੇ। ਅੱਜ ਉਹ ਸੀਸ ਤੇ ਸੁਭਾਏਮਾਨ ਹੈ, ਇਹ ਸਭ ਤੋਂ ਵੱਡਾ ਹੈ। ਬਾਬਾ ਬੁੱਢਾ ਜੀ ਅੱਗੇ ਅੱਗੇ, ਹਜ਼ੂਰ ਦੇ ਨਾਲ ਸੰਗਤ ਪਿੱਛੇ ਪਿੱਛੇ ਹਰਮੰਦਰ ਸਾਹਿਬ ਆਏ। ਬਾਬਾ ਬੁੱਢਾ ਸਾਹਿਬ ਨੂੰ ਤਾਬਿਆਂ ਤੇ ਬਿਠਾਇਆ ਗਿਆ। ਮੈਂ ਕਈ ਵਾਰੀ ਸੋਚਣਾ ਆ, ਪਹਿਲਾ ਸਰੀਰ ਆ ਬਾਬਾ ਬੁੱਢਾ ਜੀ ਦਾ ਜਿਹੜਾ ਮਹਾਰਾਜ ਦੀ ਗੋਦ 'ਚ ਬੈਠਾ। ਬਾਬੇ ਬੁੱਢੇ ਦੇ ਪਹਿਲੇ ਉਹ ਹੱਥ ਆ ਜਿਹੜੇ ਮਹਾਰਾਜ ਨੂੰ ਛੂਏ।
ਬਾਬੇ ਬੁੱਢੇ ਦੀਆਂ ਪਹਿਲੀਆਂ ਅੱਖਾਂ ਦੁਨੀਆ 'ਚ ਜਿਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਰੂਪ ਵਿੱਚ ਤੱਕਿਆ। ਬਾਬੇ ਬੁੱਢਾ ਸਾਹਿਬ ਦੀ ਪਹਿਲੀ ਰਸਨਾ ਆ ਜਿਨੇ ਕੌਮ ਨੂੰ ਪੜ ਕੇ ਸ਼ਬਦ ਦਾ ਸਿਧਾਂਤ ਸੁਣਾਇਆ। ਆਵਾਜ਼ ਦਿੱਤੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਨੇ ਸਭ ਪੰਥ, ਅਦਬ ਸੰਗ ਜਬ ਗ੍ਰੰਥ ਸੋ ਖੋਲਾ, ले आवाज बुढ़ा तब बोला, सूही महला पंजवा, संतां के कारज आप खलोया, हर कम करावन आया राम, धरत सुहावी ताल सुहावा, बिच अमृत जल छाया राम। हजूर धन गुरु अर्जन देव साहब बैठे, संगतां बैठियां, अमृतमई बाणी दा शब्द जदों कौम नूं पढ़ के सुनाया ते संगतां निहाल हो गई। कुछ दिन लंघे जी, मैं थोड़ा जिहा एक बोल विच कह के समाप्ति वाले पासे आवां। हजूर सतगुरु गुरु अर्जन देव साहब दीयां शिकायतां अकबर तक पढ़ियां कि गुरु अर्जन देव साहब ने को गुरु ग्रंथ साहब दा स्वरूप लिखिया ते भगतां ने जिहड़े चारां दी बाणी ने लिखी ना शिकायत ये कर दित्ती भी इहदे विच तौहीन लिखी है, गुरु ग्रंथ साहब विच इस्लाम धर्म की तौहीन की है। जदों शिकायत अकबर तक गई, अकबर जानदा सी भी गुरु अमरदास का घर किदां दा, क्योंकि अकबर आया सी गोइंदवाल साहब। अकबर कहन लगा मैं आप जावांगा, इंज नहीं। अकबर आया जी कलानौर, कलानौर नाल अकबर दा बड़ा संबंध सी, उहनूं ताजपोशी असल च कलानौर होई सी अकबर नूं। उन्हें महाराज नूं सुनेहा दिता भी मैं स्वरूप दे दर्शन करने चाहुंदा हां। उस वेले कई उतारे स्वरूपां दे हो चुके हैं। अकबर लई स्वरूप भेजिया गया, बाबा बुढ़ा साहब, भाई गुरदास, होर गुरसिख जिहड़े कलानौर आए स्वरूप लैके पहुंच गए। तुरन लगिया बाबा बुढ़ा साहब ने गल च पल्लू पा के एक गल आखी, गुरु अर्जन देव साहब उत्थे अकबर की सवाल करेगा, असीं की जवाब देने हैं। ते धन गुरु अर्जन देव साहब कहंदे बाबा बुढ़ा जी तुहानूं लोड़ नहीं जवाब देण दी, ये जुगो जुग अटल धन गुरु ग्रंथ साहब दी बाणी है, जो सवाल करनगे तुसीं सिर्फ पढ़ना है ते दुनिया नूं पता लग जाएगा कि गुरु ग्रंथ साहब जी बोलदे है। तुसीं नहीं जवाब देना, जवाब बाणी ने देना है। खैर जी कलानौर दी धरती ते शमयाने लगे, संगतां बह गईयां, दोखी जिहड़े सी शिकायतां लाउण वाले वो भी लागे बह गए। कहण लगे जी सानू बेनती आ बाबा बुढ़ा जी नूं भी इत्थों पढ़ना। बाबा बुढ़ा साहब रुमाल साहिब जी नूं, रुमाला साहिब जी नूं पासे करके प्रेम नाल पहला बचन पढ़िया ते पहला बचन की आया, खाक नूर करदं आलम दुनियाए, असमान जिमी दरखत आब पैदाइश खुदाए, बंदे चशम दीदंग फनाए। ठेठ अरबी भाषा दा बोल सी कि आ जिहड़ा खाकी तन है, आ खाक जिहड़ी है इहदे च नूर किने पाया, खुदा ने। की असमान जमीन दरखत पानी सब कुछ खुदा दे नूर चों पैदा होया। अकबर सुन के बड़ा निहाल होया, कहन लगा यही गल ते इस्लाम आंदा। वो कहन लगे नहीं नहीं नहीं, इन्हां जान के इत्थों पढ़िया, असीं कहने आ अंग पासे करन, इत्थों पढ़ के सुनाओ। जदों दूसरी बार बाबा बुढ़ा साहब गल च पल्लू पाया, अरदास की, महाराज इन्हां दा सवाल है जवाब दिओ। ते दूजा बचन आया, या कर्ज गुफ्तम पेश तो दरगोश कुन करतार, हक्का कबीर करीम तू बेऐब परवदगार, दुनिया मुकामे फानी तहकीक दिलदानी, मम सर मुए अजराइल गिरफ्तह दिल हेच ना दानी। जदों ठेठ अरबी वाले बचन फिर अकबर ने सुने, ओदे हाथ जुड़ के दुख ही आखन लगे साडी तसल्ली नहीं। अंग फिर पासे कीते जान, इन्ने सफे पासे करके इत्थों सुनाओ। तीजी वारी बाबा बुढ़ा साहब बचन सुनाया, अव्वल अल्लाह नूर उपाया कुदरत के सब बंदे, एक नूर ते सब जग उपजया कौन भले को मंदे।
ਅਕਬਰ ਬਾਦਸ਼ਾਹ ਨੇ ਮੋਹਰਾਂ ਦੀ ਥੈਲੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਕੇ ਸਿਜਦਾ ਕਰਕੇ ਆਖਿਆ, ਇਹ ਰੂਹਾਨੀਅਤ ਦਾ ਕੇਂਦਰ ਹੈ, ਇਹ ਅੱਲਾਹ ਤਾਲਾ ਦੇ ਘਰ ਦੀ ਵਿਚਾਰਧਾਰਾ ਹੈ, ਇਹ ਸਮੁੱਚੀ ਮਾਨਵਤਾ ਲਈ ਸਾਂਝਾ ਉਪਦੇਸ਼ ਹੈ। ਤੁਸੀਂ ਝੂਠੇ ਹੋ ਤੇ ਹਜ਼ੂਰ ਦਾ ਘਰ ਜੁਗਾਂ ਜੁਗਾਂ ਤੱਕ ਸੱਚ ਸੀ, ਸੱਚ ਹੈ ਤੇ ਸੱਚ ਰਹੇਗਾ। ਪਿਆਰਿਓ, ਕਦੀ ਵਕਤ ਮਿਲੇ ਨਾ, ਇੱਕ ਬੜੀ ਪਿਆਰੀ ਪੁਸਤਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਸੰਦੇਸ਼। ਜਿੰਨੇ ਹੁਕਮਨਾਮੇ ਅੱਜ ਤੱਕ ਆਏ ਜੀ, ਕਦੀ 84 ਦਾ ਵੇਲਾ ਹੈ, ਉਹ ਵੀ ਕਾਲੇ ਦਿਨ ਕੌਮ ਨੇ ਵੇਖੇ। ਕਈ ਦਿਨ ਹਰਮੰਦਰ ਸਾਹਿਬ ਪ੍ਰਕਾਸ਼ ਨਾ ਹੋਇਆ, ਤੇ ਜਿੱਦਣ ਪ੍ਰਕਾਸ਼ ਹੋਇਆ ਸਿੰਘ ਸਾਹਿਬ ਨੇ ਤਰਲਾ ਲੈ ਕੇ ਅਰਦਾਸ ਕੀਤੀ ਸੀ, ਦਾਤਿਆ ਆ ਜੋ ਹੋਇਆ ਕੀਤੀ ਦਾ ਫਲ ਤੁਸਾਂ ਦੇਣਾ ਹੈ, ਤੇ ਯਾਦ ਰੱਖਿਓ ਉਦਣ ਹੁਕਮ ਕੀ ਸੀ। ਕਿਸ ਹੋਂ ਜਾਚੀ ਕਿਸ ਅਰਾਧੀ, ਜਾਂ ਸਭ ਕਿਛ ਕੀਤਾ ਹੋਸੀ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਕੌਮ ਨੇ ਸਿਜਦਾ ਕੀਤਾ ਗੁਰੂ ਰਾਮਦਾਸ, ਤੇਰੇ ਦਰ ਨਾਲ ਜਿਹਨੇ ਕੀਤਾ ਉਹਨੂੰ ਕੀਤੀ ਦਾ ਫਲ ਭੁਗਤਣਾ ਪਏਗਾ। ਤੇ ਜਿੱਦਣ ਇੰਦਰਾ ਦਾ ਕੌਮ ਨੇ ਸੋਹਿਲਾ ਪੜਿਆ ਜੁਝਾਰੂਆਂ, ਉਦਣ ਫਿਰ ਗੁਰੂ ਗ੍ਰੰਥ ਸਾਹਿਬ ਨੇ ਬੋਲ ਕੇ ਆਖਿਆ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾ। ਬਚਨ ਪੜ ਸੁਣਾਏ, ਭਗਤਾਂ ਕੀ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਗੁਰੂ ਗ੍ਰੰਥ ਸਾਹਿਬ ਬੋਲਦੇ ਆ, ਪਰ ਗੱਲ ਆ ਜਿਹੜਾ ਬਾਣੀ ਨੂੰ ਭਾਵਨਾ ਨਾਲ ਪੜਦਾ, ਫਰਜ਼ ਬਣਦਾ ਸਾਡਾ। ਪਿਆਰ ਵਾਲਿਓ, ਜ਼ਿੰਦਗੀ ਬੀਤ ਚੱਲੀ ਹੈ, ਜੇ ਸੱਚੀ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੇ ਹੋ, ਆਪਣੇ ਹਿਰਦੇ ਤੇ ਹੱਥ ਰੱਖ ਕੇ ਸੋਚਿਓ, ਅੱਜ ਕਿੰਨੇ ਕਿਹਾ ਜੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦੀਦਾਰ ਕਰ ਲੈ ਹੋਵਣ। ਉਮਰ ਲੰਘ ਚੱਲੀ ਹੈ, ਅਸੀਂ ਤੇ ਇੱਕ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਨਹੀਂ ਕਰ ਸਕੇ। ਮੈਂ ਅਰਜ਼ ਕਰਾਂ, ਜੇ ਸੱਚੀ ਅੱਜ ਦਿਹਾੜਾ ਬਣਾ ਰਹੇ ਹੋ ਨਾ, ਇੱਕ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪੜ੍ਹੀਏ, ਸਿਰਫ ਇੱਕ ਅੰਗ ਪਿਆਰਿਓ 4 ਸਾਲਾਂ ਚ ਸਹਿਜ ਪਾਠ ਹੋ ਜਾਏਗਾ। 4 ਅੰਗ ਰੋਜ਼ ਦੇ ਪੜ੍ਹੀਏ, ਸਾਲ ਵਿੱਚ ਸਹਿਜ ਪਾਠ ਹੋ ਜਾਏਗਾ। ਕਮ ਸੇ ਕਮ ਇੰਨਾ ਕਿ ਆਪਣੇ ਆਪ ਨੂੰ, ਜ਼ਮੀਰ ਨੂੰ, ਆਪਣੀ ਆਤਮਾ ਨੂੰ ਆਜ਼ਾਦ ਕਰਕੇ ਲੈ ਕੇ ਚੱਲੀਏ ਕਿ ਕਮ ਸੇ ਕਮ ਇੱਕ ਵਾਰੀ ਹਜ਼ੂਰ ਦੇ ਸੰਪੂਰਨ ਦੀਦਾਰ ਜ਼ਰੂਰ ਕੀਤੇ ਆ। ਤੇ ਪਾਤਸ਼ਾਹ ਆਂਦੇ ਆ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹਿੰਦੀ ਏ ਤੇ ਸੇਵਕ ਦਾ ਫਰਜ਼ ਹੈ ਉਹਨੂੰ ਮੰਨ ਲੈਣਾ। ਮਹਾਰਾਜ ਜੀ ਦੇ ਚਰਨਾਂ ਦਾ ਕਰੋੜਾਂ ਵਾਰੀ ਸ਼ੁਕਰਾਨਾ, ਜਿਨ੍ਹਾਂ ਕੌਮ ਦੀ ਝੋਲੀ ਵਿੱਚ ਇਹ ਰੱਬੀ ਖਜ਼ਾਨਾ ਪਾ ਕੇ ਸਾਨੂੰ ਡਿੱਗਦਿਆਂ ਹੋਇਆਂ ਨੂੰ, ਢਹਿੰਦਿਆਂ ਹੋਇਆਂ ਨੂੰ, ਮੈਲਿਆਂ ਨੂੰ ਨਿਰਮਲ ਬਣਾ ਕੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤਾ। ਹਜ਼ੂਰ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਔਰ ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਕਮੇਟੀ ਦਾ, ਔਰ ਅਤੀ ਸਤਿਕਾਰਯੋਗ ਨਿਰਵੈਰ ਟੀਵੀ ਦਾ, ਜਿਨ੍ਹਾਂ ਨੇ ਇਹ ਸੁਨੇਹਾ ਦੂਰ ਦੂਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਪਾਤਸ਼ਾਹ ਮਿਹਰ ਕਰਨ, ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।